शिव जोग करी फुन बेद बिरंच विचार रहियो हर जाप न छाड्यो एक करी मथुरा जन को प्रभ दीन दयाल है संगत श्रेष्ठ निहाल करी रामदास गुरु जग तारन को गुर ज्योति अर्जुन माहे तरी सुकहो टल गुर सेविय अहनिस सहज सुभाए दर्शन परस्य गुरु का जन्म मरण दुख जाए होवै सिफत खसमदी नूर अर साह कुर साह चटिया तुद डिठे सचे पातशाह मल जन्म जन्म दी कटिया सज्जन सच्चा पातशाह सिर शाहां दै शाहो जिस पास बैठिया सोहिया सबना दा विसाहो। सतनाम श्री वाहिगुरु साहिब जी। जब जरिए तब हुए पसम तन रह किरम दल खाई काची गागर नीर परत है ए तन की यह बढ़ाई। जब जरिए तब हुए पसम तन रह किरम दल खाई काची गागर नीर परत है या तन की यह बढ़ाई। काहे भैया फिर तो फूलिया फूलिया जब 10 मास उर्द मुख रहता सो दिन कैसे भूलिया रहाओ। ज्यों मधमाखी त्यों सठोर रस जोर जोर धन किया मरती बार लेहो करिए पूत रहन क्यों दिया। देहोरी लो बरी नार संग भई आगे सज्जन सुहेला मर कट लो सब लोग कुटुंब भयो आगे हंस अकेला। कहत कबीर सुन हो रे प्राणी परे काल ग्रस कुआ झूठी माया आप बंधाया ज्यों नलनी भ्रम सूआ। कहत कबीर सुन हो रे प्राणी परे काल ग्रस कुआ झूठी माया आप बंधाया ज्यों नलनी भ्रम सूआ। वाहिगुरु जी का खालसा वाहिगुरु जी की फतेह। जुगो जोगे अटल चवर तखत छत्र दे मालक
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗੇ ਅਟਲ ਚਵਰ ਤਖਤ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਿਤਾ ਪ੍ਰਤੀ ਵਾਂਗ ਅੱਜ ਵੀ ਸਾਡੇ ਤੇ ਮਿਹਰ ਕਿਰਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਿੰਘਾਸਣ ਤੇ ਬਿਰਾਜਮਾਨ ਹੋ ਕਰਕੇ ਜਿੱਥੇ ਸਾਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਉੱਥੇ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ। ਉਸ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸ਼ਰਵਣ ਕਰਨ ਦੇ ਲਈ ਆਪਾਂ ਸਾਰੇ ਹੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ। ਸੰਗਤ ਜੀ, ਅੱਜ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। ਸਾਰਿਆਂ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਸੋਢੀ ਸੁਲਤਾਨ ਪਿਤਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਮਾਤਾ ਭਾਨੀ ਜੀ ਦੇ ਗ੍ਰਹਿ 3 ਸਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ, ਉਸ ਤੋਂ ਛੋਟੇ ਸਨ ਬਾਬਾ ਮਹਾਦੇਵ ਜੀ, ਤੇ ਸਾਰਿਆਂ ਤੋਂ ਛੋਟੇ ਸਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਬਤ ਭੱਟਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ ਜੋ ਸਵਈਏ ਉਚਾਰਨ ਕੀਤੇ ਹਨ, ਉਹਨਾਂ ਦੇ ਵਿੱਚ ਅੰਕਿਤ ਹੈ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਭੱਟ ਸਾਹਿਬਾਨ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਇਸ ਮਾਤ ਲੋਕ ਤੇ ਹੋਰ ਕੋਈ ਨਹੀਂ ਆਇਆ, ਪਰਿਪੂਰਨ ਪਰਮਾਤਮਾ ਸਰਗੁਣ ਸਰੂਪ ਦੇ ਵਿੱਚ ਮਨੁੱਖਾ ਸਰੀਰ ਆਪ ਜੀ ਦੇ ਰੂਪ ਦੇ ਵਿੱਚ ਧਾਰ ਕੇ ਆਇਆ ਤੇ ਉਸ ਨੇ ਆਪਣਾ ਨਾਮ ਰਖਵਾਇਆ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹੋਰ ਉਸਤਤ ਕਰਦੇ ਹੋਏ ਭੱਟ ਸਾਹਿਬਾਨ ਜੀ ਕਹਿੰਦੇ ਹਨ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਤਾਂ ਜਨਮ ਦੇ ਸਮੇਂ ਤੋਂ ਹੀ ਬ੍ਰਹਮ ਦੀ ਪਛਾਣ ਕਰ ਲਈ। ਤੇ ਜੇ ਇਤਿਹਾਸ ਨੂੰ ਵਾਚੀਏ ਤਾਂ ਛੋਟੀ ਉਮਰੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਲੇ ਬਾਲ ਅਵਸਥਾ ਦੇ ਵਿੱਚ ਤੁਰਨਾ ਵੀ ਆਰੰਭ ਨਹੀਂ ਸੀ ਕੀਤਾ, ਰਿੜ੍ਹਦੇ ਹੀ ਹੁੰਦੇ ਸਨ, ਤਾਂ ਤਵਾਰੀਖ ਦੇ ਵਿੱਚ ਗਵਾਹੀ ਮਿਲਦੀ ਹੈ ਕਿ ਰਿੜ੍ਹਦੇ ਰਿੜ੍ਹਦੇ ਇੱਕ ਵਾਰ ਆਪ ਜੀ ਆਪਣੇ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਲੰਗ ਦੇ ਕੋਲ ਆ ਗਏ। ਤੇ ਜਦੋਂ ਪਾਵੇ ਨੂੰ ਹੱਥ ਪਾ ਕਰਕੇ ਉੱਠਣ ਲੱਗੇ ਤਾਂ ਜਦੋਂ ਪਲੰਗ ਹਿੱਲਿਆ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੇਤਰ ਖੋਲ੍ਹੇ ਤੇ ਸੁਭਾਵਕ ਹੀ ਬਚਨ ਕੀਤਾ, ਇਹ ਕਿਹੜਾ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਤੇ ਨਾਲ ਹੀ ਇੱਕ ਵਾਰ ਹੋਰ ਦਿੱਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਤੋਂ ਫੜ ਕੇ ਜਦੋਂ ਚੁੱਕਣ ਲੱਗੇ ਨਾ, ਤੇ ਫਿਰ ਦੂਸਰਾ ਵਾਰ ਦਿੱਤਾ, ਭਾਰੀ ਗੁਰੂ ਪ੍ਰਗਟ ਹੋਵੇਗਾ। ਭਾਰੀ ਗੁਰੂ ਜਗ में प्रगटे है,
ਬਿਦਤ ਹੈ ਗੁਰਬਾਣੀ ਕੋ ਬੋਹਿਤ ਬੜ ਹਵੈ ਹੈ ਕਿ ਭਾਰੀ ਗੁਰੂ ਪ੍ਰਗਟ ਹੋਣਗੇ ਤੇ ਇੱਕ ਗੁਰਬਾਣੀ ਦਾ ਜਹਾਜ਼ ਤਿਆਰ ਕਰਨਗੇ, ਜਿਸ ਦਾ ਲੜ ਫੜ ਕੇ, ਜਿਸ ਦਾ ਓਟ ਲੈ ਕਰਕੇ ਪੂਰਾਂ ਦੇ ਪੂਰ ਕਲਯੁਗ ਦੇ ਵਿੱਚ ਮਨੁੱਖਾ ਜਨਮ ਸਫਲਾ ਕਰਨਗੇ ਇਸ ਮਾਤ ਲੋਕ ਦੇ ਪ੍ਰਾਣੀ। ਇੱਕ ਘਟਨਾ ਦਾ ਜ਼ਿਕਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਣਾ ਨੇ ਵੀ ਆਪਣੀ ਪੁਸਤਕ ਪ੍ਰਤੱਖ ਹਰ ਦੇ ਵਿੱਚ ਕੀਤਾ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੱਕ ਵਾਰ ਲੰਗਰ ਦੇ ਵਿੱਚ ਪ੍ਰਸ਼ਾਦ ਛਕ ਰਹੇ ਸਨ ਤੇ ਆਪ ਜੀ ਉਦੋਂ ਵੀ ਬਚਪਨ ਅਵਸਥਾ ਦੇ ਵਿੱਚ ਰਿੜਦੇ ਆਏ ਤੇ ਥਾਲ ਨੂੰ ਫੜ ਕੇ ਆਪਣੇ ਵੱਲ ਖਿੱਚਣ ਲੱਗੇ। ਸੇਵਾਦਾਰ ਚੁੱਕ ਕੇ ਬਾਹਰ ਛੱਡ ਆਏ, ਆਪ ਜੀ ਫੇਰ ਆਏ। ਇਸ ਤਰ੍ਹਾਂ ਜਦੋਂ 2-3 ਵਾਰ ਕਿਰਿਆ ਹੋਈ, ਉਦੋਂ ਵੀ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਠਹਿਰ ਹੋਏ ਥਾਲ ਦਿਆ ਮਾਲਕਾ। ਤੇ ਇਹ ਵੀ ਬਚਨ ਰਮਜ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਚਨਾ ਬਾਬਤ ਹੀ ਵਾਰ ਮਿਲਿਆ। ਆਪ ਜੀ ਦੇ ਵੱਡੇ ਭਰਾ ਬਾਬਾ ਮਹਾਦੇਵ ਜੀ, ਉਹਨਾਂ ਦੀ ਬਾਬਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਮਸਤਾਨਾ ਸੁਭਾਅ ਦੇ ਸਨ, ਸਾਧੂ ਸੁਭਾਅ ਦੇ ਸਨ, ਦੁਨੀਆਦਾਰੀ ਤੋਂ ਬਿਲਕੁਲ ਨਿਰਲੇਪ ਰਹਿੰਦੇ ਸਨ। ਤੇ ਸਾਰਿਆਂ ਤੋਂ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਦੀ ਬਾਬਤ ਜ਼ਿਕਰ ਆਉਂਦਾ ਕਿ ਸਮੁੱਚੀ ਕਾਰ ਭੇਟਾ, ਆਮਦਨ ਖਰਚ, ਘਰ ਦਾ ਸਾਰਾ ਕਾਰ ਵਿਹਾਰ, ਲਿਖਤ ਪੜ੍ਹਤ ਕਰਦੇ ਤਾਂ ਬਾਬਾ ਪ੍ਰਿਥੀ ਚੰਦ ਜੀ ਸਨ, ਪਰ ਉਹਨਾਂ ਦਾ ਹਿਰਦਾ ਕਪਟੀ ਸੀ। ਖਰਚ ਆਮਦਨ ਦੇ ਵਿੱਚ ਹੇਰ ਫੇਰ ਕਰਕੇ, ਕਾਰ ਭੇਟਾ ਦੇ ਵਿੱਚੋਂ ਮਾਇਆ ਬਚਾ ਕਰਕੇ ਤੇ ਵੱਖਰਾ ਆਪਣਾ ਹਿੱਸਾ ਕੱਢ ਲੈਣਾ। ਤੇ ਇੱਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਵੀ ਕਦੀ ਕਦਾਈ ਮੰਨਦੇ ਸਨ, ਮਰਜ਼ੀ ਆਪਣੀ ਕਰਦੇ ਸਨ ਬਾਬਾ ਪ੍ਰਿਥੀ ਚੰਦ ਜੀ। ਤੇ ਇੱਕ ਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਵੀ ਸੀ ਬਾਬਾ ਪ੍ਰਿਥੀ ਚੰਦ ਜੀ ਨੂੰ ਕਿ ਬਾਬਾ ਪ੍ਰਿਥੀ ਚੰਦ ਜੀ, ਗੁਰੂ ਨਾਨਕ ਦੇ ਘਰ ਸੇਵਾ ਥਾਏ ਉਹ ਹੀ ਪੈਂਦੀ ਹੈ ਜੋ ਹੰਕਾਰ ਤੋਂ ਰਹਿਤ ਹੋਵੇ, ਨਿਮਰਤਾ ਦੇ ਸਹਿਤ ਹੋਵੇ ਤੇ ਭਾਉ ਭਾਵਨੀ ਦੇ ਨਾਲ ਕੀਤੀ ਜਾਵੇ। ਬਿਨਾਂ ਨਿਮਰਤਾ ਹੋਏ ਨਾ ਸੇਵਾ, ਸੇਵਾ ਕਹਾਂ ਮਹਾ ਅਹਮੇਵਾ। ਇਹ ਵੀ ਬਚਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਣਾ ਲਿਖੇ ਹੋਏ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਸੀ ਕਿ ਬਾਬਾ ਜੀ, ਨਿਮਰਤਾ ਧਾਰਨ ਕਰੋ, ਹੰਕਾਰ ਦੀ ਨਿਵਰਤੀ ਕਰੋ, ਫੇਰ ਜਾ ਕਰਕੇ ਗੁਰੂ ਘਰ ਘਾਲ ਸੇਵਾ ਥਾਏ ਪੈਂਦੀ ਹੈ। ਕਵੀ ਤੁਲਸੀ ਨੇ ਵੀ ਨਾ ਜੀ ਇੱਕ ਜਗ੍ਹਾ ਜ਼ਿਕਰ ਕੀਤਾ ਆਪਣੀ ਰਚਨਾ ਦੇ ਵਿੱਚ ਕਿ ਆਗਿਆ ਮਮ ਨਹੀਂ ਸਾਹਿਬ ਸੇਵਾ। ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਇਆ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ। ਕਵੀ ਤੁਲਸੀ ਜੀ ਨੇ ਵੀ ਜ਼ਿਕਰ ਕੀਤਾ ਕਿ ਆਪਣੇ ਗੁਰੂ ਦੀ ਸਭ ਤੋਂ ਉੱਤਮ ਸੇਵਾ, ਸਭ ਤੋਂ ਸ੍ਰੇਸ਼ਟ ਸੇਵਾ ਪਤਾ ਕਿਹੜੀ ਹੈ? ਆਪਣੇ ਗੁਰੂ ਦੀ ਆਗਿਆ ਦੇ ਵਿੱਚ ਚੱਲਣਾ, ਗੁਰੂ ਦੇ ਹੁਕਮ ਦੇ ਵਿੱਚ ਚੱਲਣਾ। ਤੇ ਗੁਰਮਤਿ ਦੇ ਵਿੱਚ ਵੀ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਆਗਿਆ ਦੇ ਵਿੱਚ ਰਹਿਣਾ, ਗੁਰੂ ਦੇ ਭਾਣੇ ਦੇ ਵਿੱਚ ਰਹਿਣਾ। ਬਾਬਾ ਪ੍ਰਿਥੀ ਚੰਦ ਜੀ ਜ਼ਿੰਮੇਵਾਰੀਆਂ ਤਾਂ ਨਿਭਾ ਰਹੇ ਸਨ, ਪਰ ਇਹਨਾਂ ਗੁਣਾਂ ਤੋਂ ਵਿਹੂਣੇ ਸਨ। ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਇੱਕ ਵਾਰ ਲਾਹੌਰ ਤੋਂ ਗੁਰੂ ਰਾਮਦਾਸ ਪਿਤਾ ਜੀ ਦੇ ਤਾਏ ਦੇ ਸਪੁੱਤਰ ਬਾਬਾ ਸੰਹਾਰੀ ਮੱਲ ਜੀ ਆਏ। ਆਣ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰਕੇ ਮੇਰੇ ਪੁੱਤਰ ਦਾ ਆਨੰਦ ਕਾਰਜ ਹੈ ਤੇ ਲਾਹੌਰ ਆਣ ਕਰਕੇ ਵਿਵਾਹ ਦੇ ਕਾਰਜਾਂ ਦੇ ਵਿੱਚ ਸ਼ਮੂਲੀਅਤ ਕਰੋ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਸੰਹਾਰੀ ਮੱਲ ਜੀ, ਜੇ ਅਸੀਂ ਆਵਾਂਗੇ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਾਡੇ ਦਰਸ਼ਨ ਕਰਨ ਆਉਂਦੀਆਂ, ਫਿਰ ਉਹ ਵੀ ਤੁਹਾਡੇ ਘਰ ਆਉਣਗੀਆਂ ਤੇ ਆਪ ਜੀ ਨੂੰ ਕਠਿਨਾਈ ਹੋਵੇਗੀ, ਮੁਸ਼ਕਲ ਹੋਵੇਗੀ। ਇੰਨੀ ਸੰਗਤ ਦੀ ਸਾਂਭ ਸੰਭਾਲ, ਲੰਗਰ ਦਾ ਪ੍ਰਬੰਧ ਕਰਨਾ ਆਪ ਜੀ ਨੂੰ ਮੁਸ਼ਕਲ ਹੋ ਜਾਵੇਗਾ। ਉਸ ਵੇਲੇ ਫਿਰ ਸਾਡਾ ਇਤਿਹਾਸ ਕਹਿੰਦਾ
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਭੇਜ ਕਰਕੇ ਨਾ ਇਸੇ ਅੰਮ੍ਰਿਤਸਰ ਦੀ ਧਰਤੀ ਤੇ ਹੀ ਇਹ ਵਾਰਤਾ ਹੋਈ ਜੀ। ਬਾਬਾ ਪ੍ਰਿਥੀ ਚੰਦ ਜੀ ਨੂੰ ਬੁਲਾਇਆ ਤੇ ਹੁਕਮ ਕੀਤਾ ਕਿ ਪੁੱਤਰ ਪ੍ਰਿਥੀ ਚੰਦ, ਤੁਸੀਂ ਲਾਹੌਰ ਜਾਓ ਤੇ ਸੰਹਾਰੀ ਮੱਲ ਜੀ ਆਏ ਹਨ, ਇਹਨਾਂ ਦੇ ਪੁੱਤਰ ਦੇ ਵਿਵਾਹ ਕਾਰਜਾਂ ਦੇ ਵਿੱਚ ਜਾ ਕਰਕੇ ਸ਼ਮੂਲੀਅਤ ਕਰੋ। ਪਰ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਨ, ਕਪਟੀ ਸੁਭਾਅ ਦਾ ਸੀ, ਹਿਸਾਬ ਕਿਤਾਬ ਦੇ ਵਿੱਚ ਹੇਰ ਫੇਰ ਰੱਖਣੀ। ਉਸਨੇ ਸੋਚਿਆ ਕਿ ਜੇ ਮੈਂ ਚਲਾ ਜਾਵਾਂਗਾ ਇੱਥੇ ਤਾਂ ਮੈਂ ਮਾਇਆ ਵਿੱਚੋਂ ਬਚਾ ਲੈਣਾ, ਤੇ ਦੂਸਰਾ ਇਹ ਨਾ ਹੋਵੇ ਕਿ ਕਿਸੇ ਨੂੰ ਮੇਰੇ ਹਿਸਾਬ ਕਿਤਾਬ ਦਾ ਪਤਾ ਲੱਗ ਜਾਵੇ, ਮੈਂ ਹੇਰ ਫੇਰ ਕਰਦਾ। ਤੇ ਕਹਿਣ ਲੱਗਾ, ਪਿਤਾ ਜੀ, ਵਿਵਾਹ ਕਾਰਜਾਂ ਦੇ ਵਿੱਚ ਬਹੁਤ ਰੌਲਾ, ਬਹੁਤ ਸ਼ੋਰ ਹੁੰਦਾ ਤੇ ਮੈਂ ਸ਼ਾਂਤੀ ਪਸੰਦ ਹਾਂ। ਦੂਸਰਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਲਾਹੌਰ ਜਾਣ ਤੱਕ ਰਸਤੇ ਦੇ ਵਿੱਚ ਬਹੁਤ ਗਰਮੀ ਹੈ। ਮਹਾ ਤਾਮਸ ਮਗ ਹੋਵਤ ਮਹਾ, ਇੰਨੀ ਗਰਮੀ ਮੈਂ ਨਹੀਂ ਸਹਾਰਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਜਿਹੜਾ ਸਾਡਾ ਸੁਪੁੱਤਰ ਸਾਡੀ ਆਗਿਆ ਮੰਨ ਕੇ, ਮਨ ਹੀ ਮਨ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਸੋਚਿਆ, ਅੱਜ ਵਿਵਾਹ ਦੇ ਕਾਰਜਾਂ ਦੇ ਵਿੱਚ, ਖੁਸ਼ੀ ਦੇ ਸਮਾਗਮ ਦੇ ਵਿੱਚ ਸ਼ਾਮਲ ਹੀ ਨਹੀਂ ਹੋ ਰਿਹਾ, ਉਹ ਕੱਲ ਨੂੰ ਗੁਰਤਾ ਗੱਦੀ ਦੇ ਉੱਪਰ ਬੈਠ ਕੇ ਸੰਗਤਾਂ ਦੇ ਗਮੀਆਂ ਦੇ ਸਮੇਂ ਦੇ ਵਿੱਚ ਕਿੱਥੇ ਸ਼ਾਮਲ ਹੋਵੇਗਾ। ਤੇ ਦੂਸਰਾ, ਜਿਹੜਾ ਅੱਜ ਰਸਤੇ ਦੀ ਗਰਮੀ ਦੀ ਗੱਲ ਕਰ ਰਿਹਾ, ਕੱਲ ਨੂੰ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੱਤੀ ਤਵੀ ਤੇ ਬੈਠ ਕੇ ਤੇ ਸੀਸ ਦੇ ਵਿੱਚ ਗਰਮ ਰੇਤਾ ਕਿੱਥੋਂ ਪਵਾ ਲਵੇਗਾ। ਅੰਤਰਜਾਮੀ ਸਤਿਗੁਰੂ ਮਨ ਹੀ ਮਨ ਵਿੱਚ ਸੋਚਦੇ। ਬਾਬਾ ਮਹਾਦੇਵ ਜੀ ਨੂੰ ਸੱਦਿਆ ਤੇ ਉਹਨਾਂ ਨੇ ਕਿਹਾ, ਪਿਤਾ ਜੀ, ਕੌਣ ਤਾਇਆ, ਕੌਣ ਤਾਏ ਦਾ ਪੁੱਤਰ, ਕੋਈ ਕਿਸੇ ਦਾ ਇੱਥੇ ਸਕਾ ਸੰਬੰਧੀ ਨਹੀਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਤੀਸਰਾ ਸੁਨੇਹਾ ਸਿੱਖ ਦੇ ਹੱਥ ਘੱਲਿਆ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੁਲਾਇਆ। ਹੁਕਮ ਕੀਤਾ, ਸ਼੍ਰੀ ਅਰਜਨ ਜੀ, ਤੁਸੀਂ ਲਾਹੌਰ ਜਾਓ, ਸੰਹਾਰੀ ਮੱਲ ਜੀ ਦੇ ਸੁਪੁੱਤਰ ਦੇ ਵਿਵਾਹ ਕਾਰਜਾਂ ਦੇ ਵਿੱਚ ਸ਼ਮੂਲੀਅਤ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 7 ਬਚਨ ਕਹਿ ਕੇ ਨਮਸਕਾਰ ਕੀਤੀ। ਤੁਰਨ ਲੱਗੇ ਮਾਤ ਭਾਨੀ ਜੀ ਨੂੰ ਨਮਸਕਾਰ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ, ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਵੀ ਨਮਸਕਾਰ ਕੀਤੀ। ਤੇ ਤੁਰਨ ਲੱਗਿਆਂ ਇੱਕ ਹੁਕਮ ਗੁਰੂ ਰਾਮਦਾਸ ਜੀ ਨੇ ਹੋਰ ਲਾਇਆ ਕਿ ਜਦੋਂ ਤੱਕ ਅਸੀਂ ਬੁਲਾਈਏ ਨਾ, ਵਾਪਸ ਨਹੀਂ ਆਉਣਾ ਲਾਹੌਰੋਂ। ਆਗਿਆ ਸਮ ਨਹੀਂ ਸਾਹਿਬ ਸੇਵਾ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਿਤਾ ਗੁਰੂ ਰਾਮਦਾਸ ਜੀ ਦਾ ਹੁਕਮ ਮੰਨ ਕੇ ਲਾਹੌਰ ਚਲੇ ਗਏ। ਵਿਵਾਹ ਕਾਰਜਾਂ ਦੇ ਸਾਰੇ ਹੀ ਕਾਰਜਾਂ ਦੇ ਵਿੱਚ ਸ਼ਮੂਲੀਅਤ ਕੀਤੀ। ਉਸ ਤੋਂ ਉਪਰੰਤ ਪਿਤਾ ਗੁਰੂ ਰਾਮਦਾਸ ਜੀ ਦਾ ਹੁਕਮ ਮੰਨ ਕੇ ਤੇ ਧਰਮਸ਼ਾਲਾ ਜੋ ਗੁਰੂ ਰਾਮਦਾਸ ਜੀ ਦਾ ਹੀ ਜਨਮ ਅਸਥਾਨ ਸੀ, ਉਸ ਦੇ ਵਿੱਚ ਰਹਿਣ ਲੱਗ ਪਏ। ਕਾਰ ਸੇਵਾ ਕਰਵਾਉਂਦੇ ਰਹੇ। ਸਵੇਰੇ ਸ਼ਾਮ ਦੀਵਾਨ ਸੱਜਣੇ, ਆਪ ਗੁਰੂ ਗੁਰੂ ਜਪਣਾ, ਸੰਗਤਾਂ ਨੂੰ ਜਪਾਉਣਾ। ਪਰ ਸਾਡੀ ਤਵਾਰੀਖ ਕਹਿੰਦੀ ਹੈ ਕਿ ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ, ਗੁਰੂ ਰਾਮਦਾਸ ਜੀ ਨੇ ਹੁਕਮ ਹੀ ਨਹੀਂ ਭੇਜਿਆ ਕਿ ਵਾਪਸ ਸ੍ਰੀ ਅੰਮ੍ਰਿਤਸਰ ਆ ਜਾਵੋ। ਅੰਦਰ ਬਿਰਹੋਂ ਦਾ ਵਿਛੋੜਾ, ਅੰਦਰ ਤੜਪ ਠਾਠਾਂ ਮਾਰਨ ਲੱਗ ਪਈ। ਅੱਜ ਵੀ ਸੰਗਤ ਜੀ, ਭਾਵਨਾ ਵਾਲੇ ਗੁਰਸਿੱਖ, ਇੱਕ ਤੇ ਮੇਰੇ ਵਰਗੇ ਉਹ ਵੀ ਹਨ, ਮੁਆਫ ਕਰਨਾ ਇੱਕ ਸੱਚਾਈ ਹੈ। 8-9 ਵਜੇ ਉੱਠ ਕੇ ਕਹਿ ਦਿੰਦੇ ਐ, ਭਾਈ ਸਾਹਿਬ ਜੀ ਜਾਗ ਹੀ ਨਹੀਂ ਆਉਂਦੀ, ਕੀ ਕਰੀਏ, ਅਰਦਾਸ ਕਰੋ। ਤੇ ਆਪ ਸੰਗਤ ਦੇ ਵਿੱਚ ਇਹ ਵੀ ਗੁਰਸਿੱਖ ਹੋਣਗੇ ਜਿਹੜੇ ਰਾਤ ਨੂੰ ਨਾ ਜੀ ਉੱਠ ਕੇ ਸਮਾਂ ਵੇਂਦੇ ਹਨ ਕਿ ਕਿਤੇ ਅੰਮ੍ਰਿਤ ਵੇਲੇ ਦਾ ਸਮਾਂ ਹੀ ਨਾ ਨਿਕਲ ਜਾਵੇ। ਗੱਲ ਹੈ ਹਿਰਦੇ ਦੇ ਵਿੱਚ ਤੜਪ ਦੀ ਤੇ ਭਾਵਨਾ ਦੀ। ਉਹ ਇੱਕ ਵੱਖਰਾ ਵਿਸ਼ਾ ਕਿ ਪੈਦਾ ਗੁਰੂ ਆਪ ਹੀ ਕਰਦਾ, ਬੰਦੇ ਦੇ ਵੱਸ ਦੀ ਕੋਈ ਗੱਲ ਨਹੀਂ।
ਪਰ ਜਦੋਂ ਅਜਿਹੀ ਤੜਪ ਹੋਵੇ ਨਾ, ਤੇ ਜਦੋਂ ਫਿਰ ਗੁਰਸਿੱਖ ਇੱਕ ਕਦਮ ਪੁੱਟਦਾ ਨਾ, ਤੇ ਫਿਰ ਅੱਗਿਓਂ ਸੱਚ ਜਾਣਿਓ ਗੁਰੂ ਵੀ ਬਾਹਾਂ ਉਲਾਰ ਕੇ ਨਾ ਉਡੀਕਦਾ ਹੈ ਸਿੱਖ ਨੂੰ ਕਿ ਮੇਰਾ ਸਿੱਖ ਆ ਰਿਹਾ। ਇਸੇ ਭਾਵਨਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੱਲ ਭਾਵਨਾ ਦੀ ਹੈ, ਤੇ ਪੂਰੀ ਵੀ ਭਾਵਨਾ ਵਾਲਿਆਂ ਦੀ ਪੈਂਦੀ ਹੈ। ਸ਼ਰਧਾ ਤੋਂ ਵਿਹੂਣੇ ਵਾਲਾ ਗੁਰੂ ਘਰ ਆ ਕੇ ਵੀ ਸੁੰਝੇ ਘਰ ਦਾ ਪਾਹੁਣਾ, ਜਿਉਂ ਆਇਆ ਤਿਉਂ ਜਾਏ। ਅੱਜ ਵੀ ਭਾਵਨਾ ਵਾਲੇ ਗੁਰੂ ਰਾਮਦਾਸ ਜੀ ਦੇ ਘਰੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ, ਕੀਰਤਨ ਸਰਵਣ ਕਰਦੇ, ਸੇਵਾ ਕਰਦੇ, ਤੇ ਝੋਲੀਆਂ ਭਰ ਭਰ ਕੇ ਘਰਾਂ ਨੂੰ ਤੁਰੇ ਜਾਂਦੇ। ਤੇ ਮੇਰੇ ਵਰਗੇ ਜਿਹੜੇ ਸ਼ਰਧਾ ਤੋਂ ਵਿਹੂਣੇ, ਉਹ ਕਿੰਤੂ ਪਰੰਤੂ ਵੀ ਕਰ ਜਾਂਦੇ ਕਿ ਹੈ ਹੀ ਕੁਝ ਨਹੀਂ ਇੱਥੇ, ਕਰਾਮਾਤ ਹੀ ਕੋਈ ਨਹੀਂ, ਬਖਸ਼ਿਸ਼ ਹੀ ਕੋਈ ਨਹੀਂ। ਪਰ ਸੱਚਾਈ ਹੈ ਗੱਲ ਭਾਵਨਾ ਦੀ। ਤੇ ਭਾਵਨਾ ਵੀ ਬੰਦਗੀ ਨਾਲ, ਸਿਮਰਨ ਨਾਲ, ਸੇਵਾ ਨਾਲ ਬਣਦੀ ਹੈ। ਗੱਲਾਂ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ, ਘਾਲਣੀ ਪੈਂਦੀ ਹੈ। ਫੇਰ ਜਾ ਕਰਕੇ ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਕਾਲੀ। ਫੇਰ ਜਾ ਕਰਕੇ ਸਿੱਖ ਨਾ ਜੀ ਗੁਰੂ ਦੇ ਦਰ ਤੇ ਕਬੂਲ ਪੈਂਦਾ। ਐਵੇਂ ਨਹੀਂ ਕਿਹਾ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਮਸ਼ੱਕਤ ਘਾਲ ਦੀ ਗੱਲ ਕੀਤੀ ਹੈ। ਘਾਲਣੀ ਪੈਂਦੀ ਹੈ। ਉਸ ਨੂੰ ਭਾਵੇਂ ਆਪਾਂ ਤੋਤਾ ਰਟਣ ਕਹਿ ਦਈਏ, ਮੂਲ ਮੰਤਰ ਦੇ ਜਾਪ ਨੂੰ, ਗੁਰ ਮੰਤਰ ਦੇ ਜਾਪ ਨੂੰ, ਪਰ ਸੱਚਾਈ ਹੈ ਸਿਮਰਨ ਤੋਂ ਬਿਨਾ, ਬੰਦਗੀ ਤੋਂ ਬਿਨਾ ਗੁਰੂ ਦੇ ਦਰ ਤੇ ਆਪਾਂ ਕਬੂਲ ਨਹੀਂ ਪੈ ਸਕਦੇ। ਗੱਲਾਂ ਨਾਲ ਕੁਝ ਨਹੀਂ ਹੋਣਾ। ਬੰਦਗੀ ਕਰਨੀ ਪੈਣੀ ਹੈ, ਸੇਵਾ ਕਰਨੀ ਪੈਣੀ ਹੈ, ਸਿਮਰਨ ਕਰਨਾ ਪੈਣਾ, ਤਾਂ ਜਾ ਕੇ ਕਬੂਲ ਪਈਦਾ। ਸੋ ਰਹੋ ਵਿਚਾਰ ਸਮਾਂ ਆਪਣੀ ਚਾਲ ਚੱਲਿਆ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਇੱਕ ਚਿੱਠੀ ਲਿਖੀ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਸਿੱਖ ਦੇ ਹੱਥ ਘੱਲੀ ਕਿ ਆ ਪਿਤਾ ਗੁਰੂ ਰਾਮਦਾਸ ਨੂੰ ਜਾ ਕੇ ਦੇ ਦੇਵੋ ਤੇ ਉੱਤਰ ਲੈ ਕੇ ਆਉਣਾ। ਪਰ ਉਹ ਚਿੱਠੀ ਬਾਬਾ ਪ੍ਰਿਥੀ ਚੰਦ ਜੀ ਨੇ ਕੋਲ ਰੱਖ ਲਈ, ਗੁਰੂ ਰਾਮਦਾਸ ਜੀ ਦੇ ਤੱਕ ਨਾ ਪਹੁੰਚਾਈ। ਸਮਾਂ ਹੋਰ ਬਤੀਤ ਹੋਇਆ। ਗੁਰੂ ਅਰਜਨ ਦੇਵ ਜੀ ਨੇ ਇੱਕ ਚਿੱਠੀ ਹੋਰ ਭੇਜੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ਼ ਜਹਾਂ ਤੋਂ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਸੰਗਤ ਜੀ ਕਿਤੇ ਇਹ ਸ਼ਬਦ ਨਾ ਭਾਵਨਾ ਨਾਲ ਪੜ੍ਹ ਕੇ ਵੇਖਿਓ। ਹਿਰਦੇ ਦੀ ਤੜਪ, ਹਿਰਦੇ ਦੀ ਭਾਵਨਾ ਡੁੱਲ ਡੁੱਲ ਕੇ ਪੈਂਦੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਭਾਵਨਾ ਹੋਵੇ ਸਿੱਖ ਦੇ ਵਿੱਚ, ਤੜਪ ਹੋਵੇ ਤੇ ਇਵੇਂ ਦੀ ਹੋਵੇ, ਤੇ ਫਿਰ ਗੁਰੂ ਪ੍ਰਵਾਨ ਕਿਵੇਂ ਨਾ ਕਰੇ। ਸੋ ਰਹੋ ਵਿਚਾਰ। ਇਹ ਵੀ ਚਿੱਠੀ ਬਾਬਾ ਪ੍ਰਿਥੀ ਚੰਦ ਜੀ ਨੇ ਕੋਲ ਰੱਖ ਲਈ। ਫਿਰ ਤੀਸਰੀ ਚਿੱਠੀ ਗੁਰੂ ਰਾਮ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਰ ਲਿਖੀ। ਸਮਾਂ ਪਾ ਕਰਕੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰੈ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਸਿੱਖ ਨੂੰ ਹੁਕਮ ਕੀਤਾ ਕਿ ਇਹ ਚਿੱਠੀ ਪਿਤਾ ਜੀ ਦੇ ਕੋਲ ਪਹੁੰਚਾਉਣੀ ਹੈ। ਸਿੱਖ ਆਇਆ, ਸਮਾਂ ਪਾ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਚਿੱਠੀ ਹਾਜ਼ਰ ਕੀਤੀ। ਗੱਲ ਭਾਵਨਾ ਦੀ ਹੈ। ਤੇ ਮੈਂ ਪੜ੍ਹਿਆ, ਇਤਿਹਾਸਕਾਰਾਂ ਨੇ ਲਿਖਿਆ, ਜਦੋਂ ਗੁਰੂ ਰਾਮਦਾਸ ਨੇ ਤੀਸਰੀ ਚਿੱਠੀ ਪੜ੍ਹੀ ਨਾ, ਇੱਕ ਘੜੀ ਨਾ ਮਿਲਤੇ ਕਲ ਯੁਗ ਹੋਤਾ, ਇੰਨੀ ਭਾਵਨਾ, ਇੰਨੀ ਤੜਪ, ਇੰਨਾ ਵਿਛੋੜਾ ਵੇਖ ਕੇ ਨਾ ਵਿੱਚੋਂ ਬਿਰਹੋਂ ਦਾ ਝਲਕਦਾ ਹੋਇਆ। ਤੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ। ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ, ਸਿੱਖਾਂ ਨੂੰ ਭੇਜਿਆ ਕਿ ਲਾਹੌਰ ਤੋਂ ਸ਼੍ਰੀ ਅਰਜਨ ਦੇਵ ਜੀ ਨੂੰ ਲੈ ਆਓ। ਬਾਬਾ ਬੁੱਢਾ ਜੀ ਗਏ, ਵਾਪਸ ਇੱਥੇ ਲੈ ਆਂਦਾ। ਗੁਰੂ ਅਰਜਨ ਦੇਵ ਜੀ ਨੇ ਨਮਸਕਾਰ ਕੀਤੀ, ਤੇ ਜੋ ਲੰਮੇ ਸਮੇਂ ਦਾ ਵਿਛੋੜਾ ਅੰਦਰ ਸਮਾਇਆ ਹੋਇਆ ਸੀ ਨਾ, ਅੱਜ ਉਹ ਛਲਕਾਂ ਮਾਰ ਕੇ ਉਸਨੇ ਗੁਰੂ ਰਾਮਦਾਸ ਜੀ ਦੇ ਚਰਨ ਧੋ ਦਿੱਤੇ। ਉਸ ਵਿਛੋੜੇ ਦੇ ਬਿਰਹੋਂ ਦੇ ਜਲ ਨੇ
ਤੇ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਸਾਡਾ ਅੰਤਮ ਸਮਾਂ ਨੇੜੇ ਹੈ, ਬਾਬਾ ਬੁੱਢਾ ਜੀ ਸਲਾਹ ਦਿਓ, ਗੁਰਤਾ ਗੱਦੀ ਦੇ ਯੋਗ ਕੌਣ ਸਪੁੱਤਰ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਅੰਤਰਜਾਮੀ ਹੋ, ਜਾਣੀ ਜਾਣ ਹੋ। ਪਰ ਪਿਤਾ ਗੁਰੂ ਰਾਮਦਾਸ ਜੀ ਨੇ ਕਿਹਾ, ਨਹੀਂ ਬਾਬਾ ਬੁੱਢਾ ਜੀ ਸਲਾਹ ਦੇਵੋ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਗੁਰੂ ਰਾਮਦਾਸ ਜੀ ਇਹ ਜੋਤ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਤੋਂ ਬਗੈਰ ਟਿਕਾਉਣ ਦਾ ਕੋਈ ਵੀ ਭਾਈਵਾਲ ਨਹੀਂ ਹੈ, ਕੋਈ ਵੀ ਯੋਗ ਨਹੀਂ ਹੈ। ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਦਾ ਇਸ਼ਨਾਨ ਕਰਾਓ, ਸਵੱਛ ਬਸਤਰ ਪਵਾਓ। ਸਵੱਛ ਬਸਤਰ ਪਵਾ ਕਰਕੇ ਸਿੰਘਾਸਣ ਤੇ ਬਿਠਾ ਕਰਕੇ ਨਾ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੇ ਪਿਤਾ ਗੁਰੂ ਰਾਮਦਾਸ ਜੀ ਨੇ 5 ਪੈਸੇ ਨਾਰੀਅਲ ਭੇਟਾ ਕਰਕੇ ਪਰਿਕਰਮਾ ਕੀਤੀਆਂ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਬੁੱਢਾ ਸਾਹਿਬ ਜੀ ਜਿਵੇਂ ਆਪ ਜੀ ਪਹਿਲੇ ਗੁਰੂ ਸਾਹਿਬਾਨ ਦੀ ਗੁਰਤਾ ਗੱਦੀ ਦੇ ਤਿਲਕ ਦੀ ਮਰਿਆਦਾ ਕਰਦੇ ਆਏ ਹੋ ਨਾ, ਉਵੇਂ ਹੀ ਕਰੋ। ਭਾਦਰੋਂ ਸੁਦੀ ਦੂਜ ਸੰਮਤ 1638 ਸੰਨ 1581 ਨੂੰ ਅੱਜ ਦੇ ਦਿਨ ਪਿਤਾ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਕਰਕੇ ਨਾ ਤੇ ਫਿਰ ਕਿਹਾ, ਬਚਨ ਕੀਤਾ ਕਿ 3 ਪਦੇ ਆਪ ਜੀ ਨੇ ਬਿਰਹੋਂ ਦੇ ਵਿਛੋੜੇ ਦੇ ਉਚਾਰਨ ਕੀਤੇ ਹਨ। ਚੌਥਾ ਪਦਾ ਵੀ ਉਚਾਰਨ ਕਰ ਦਿਓ ਤੇ 4 ਪਦਿਆਂ ਵਾਲਾ ਇੱਕ ਸ਼ਬਦ ਹੀ ਪੂਰਾ ਹੋ ਜਾਵੇ। ਤੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਮਲਾਪ ਦਾ ਪਦਾ ਉਚਾਰਨ ਕੀਤਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਸਮੂਹ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਇੱਕ ਵਾਰੀ ਹਾਜ਼ਰੀ ਲਵਾਈਏ ਤੇ ਇਹਨਾਂ ਕੋ ਜੋੜਨ ਦੀ ਕੋਸ਼ਿਸ਼ ਕਰੀਏ ਕਿ ਇੰਜ ਮਹਿਸੂਸ ਹੋਵੇ ਜਿਵੇਂ ਗੁਰੂ ਰਾਮਦਾਸ ਸਾਡੀ ਕੰਧ ਤੇ ਹੱਥ ਰੱਖ ਕੇ ਕਹਿਣ ਨਾ, ਸਿੱਖਾ ਮੈਂ ਆ ਗਿਆ, ਦਰਸ਼ਨ ਕਰ ਲੈ। ਆਓ ਸੰਗਤ ਜੀ ਇੱਕ ਵਾਰੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸ਼੍ਰੋਮਣੀ ਭਗਤ ਕਬੀਰ ਜੀ ਦੁਆਰਾ ਰਾਗ ਸੋਰਠ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਦੇ ਅੰਗ 654 ਦੇ ਉੱਪਰ ਸੁਭਾਏਮਾਨ ਹਨ, ਜਿਸ ਦੇ ਵਿੱਚ ਭਗਤ ਕਬੀਰ ਜੀ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕਰਕੇ ਸਾਨੂੰ ਵਾਰ-ਵਾਰ ਇਹ ਸਮਝਾਉਂਦੇ ਹਨ ਕਿ ਇਸ ਮਾਤ ਲੋਕ ਤੇ ਵਿਚਰਦਿਆਂ ਜਿੱਥੇ ਗ੍ਰਸਤੀ ਜੀਵਨ ਦੀ ਜ਼ਿੰਮੇਵਾਰੀਆਂ ਨਿਭਾਉਣੀਆਂ, ਪਤਨੀ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣੀਆਂ, ਧੀਆਂ ਪੁੱਤਰਾਂ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣੀਆਂ, ਪਰ ਐ ਜੀਵ ਵੇਖੀ ਖੁੰਝ ਨਾ ਜਾਈ। ਆਇਆ ਤੂੰ ਇਸ ਮਾਤ ਲੋਕ ਤੇ ਗੋਬਿੰਦ ਮੇਲਣ ਕੀ, ਇਹ ਤੇਰੀ ਬਰੀਆ ਦਾ ਸੰਕਲਪ ਲੈ ਕਰਕੇ ਆਇਆ ਤੇ ਦੋਵੇਂ ਪੱਖਾਂ ਨੂੰ ਬਰਾਬਰ ਰੱਖੀ। ਲੋਕ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈ, ਪਰ ਪਰਲੋਕ ਸੁਹੇਲਾ ਕਰਨ ਦੀ ਬਾਬਤ ਵੀ ਸਾਵਧਾਨ ਰਹੀ। ਗੁਰੂ ਵਾਲਾ ਬਣ ਕੇ ਗੁਰੂ ਦੇ ਦੱਸੇ ਉਪਦੇਸ਼ ਦੀ ਬੰਦਗੀ ਕਰੀ, ਸਿਮਰਨ ਕਰੀ, ਸੇਵਾ ਕਰੀ ਤੇ ਲੋਕ ਵੀ ਸੁਹੇਲਾ ਕਰ ਜਾਵੀਂ ਤੇ ਤੇਰਾ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਤੇ ਭਗਤ ਕਬੀਰ ਜੀ ਜ਼ਿਕਰ ਕਰਦੇ ਹਨ ਕਿ ਐ ਮਨੁੱਖ, ਸਾਨੂੰ ਨਾ ਸਾਵਧਾਨ ਕਰਦੇ ਹਨ ਕਿ ਐ ਜੀਵ, ਇਸ ਮਾਤ ਲੋਕ ਤੇ ਤੂੰ ਗਣ ਘਾਲੇ, ਸਭ ਦਿਵਸ ਸਾਸ ਨਹਿ ਵੱਢਨ ਘਟਨ ਤਿਲ ਸਾਰ। ਗਿਣਤੀ ਦੇ ਸਾਹ ਲੈ ਕੇ ਇਸ ਮਾਤ ਲੋਕ ਤੇ ਤੂੰ ਆਇਆ ਤੇ ਰਹਿਣਾ ਨਹੀਂ। ਇਹ ਤੇਰਾ ਪੇਕਾ ਘਰ ਹੈ ਤੇ ਵਾਪਸ ਤੂੰ ਸਹੁਰੇ ਘਰ ਜਾਣਾ।
ਇਸ ਕਰਕੇ ਜਦੋਂ ਤੂੰ ਚੜ੍ਹਾਈ ਕਰ ਜਾਵੇਂਗਾ ਨਾ, ਤੇ ਇਸ ਸਰੀਰ ਨੂੰ ਸਾਰੀ ਉਮਰ ਲਿੰਬਾ ਪੋਚੀ ਨਾ ਰੁੱਝ ਕੇ ਰਹਿ ਜਾਈਂ। ਕੱਪੜੇ ਪਾਈ, ਪਰ ਇਹ ਨਾ ਹੋਵੇ ਕਿ ਤੂੰ ਕੱਪੜਿਆਂ ਜੋਗਾ ਹੀ ਰਹਿ ਜਾਵੇਂ। ਇਸ ਸਰੀਰ ਦੀ ਪਾਲਣਾ ਕਰਨ ਵਾਸਤੇ ਇਹਨੂੰ ਪਦਾਰਥ ਤੇ ਛਕਾਈ, ਪਰ ਇਹ ਨਾ ਹੋਵੇ ਕਿ ਇਹਨੂੰ ਪਦਾਰਥ ਛਕਾਉਂਦਾ ਛਕਾਉਂਦਾ ਇਸ ਸਰੀਰ ਦੇ ਮੋਹ ਦੇ ਵਿੱਚ ਹੀ ਖੁੱਭ ਕੇ ਰਹਿ ਜਾਵੇਂ। ਇਹ ਨਾ ਹੋਵੇ ਕਿ ਇਹਨੂੰ ਸੁਗੰਧੀਆਂ ਨਾਲ ਸਵਾਰਦਾ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੇ ਵਿੱਚ ਹੀ ਖੁੰਝ ਕੇ ਰਹਿ ਜਾਵੇਂ। ਓੜਕ ਨੂੰ ਜਦੋਂ ਤੂੰ ਚੜ੍ਹਾਈ ਕਰ ਗਿਆ, ਮਰ ਗਿਆ, ਤਾਂ ਤੇਰਾ ਸਰੀਰ ਤੇਰੇ ਘਰਦਿਆਂ ਨੇ ਸ਼ਮਸ਼ਾਨ ਘਾਟ ਲੈ ਜਾਣਾ, ਤੇ ਜਦੋਂ ਇਸ ਦਾ ਸੰਸਕਾਰ ਕਰਨਗੇ ਨਾ, ਇਹ ਸਵਾਹ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਜਾਣਾ। ਇਸ ਨੇ ਸਵਾਹ ਦੀ ਢੇਰੀ ਹੋ ਜਾਣਾ ਹੈ। ਰਹਿ ਕਿਰਮ ਦਲ ਖਾਈ, ਤੇ ਜਾਂ ਤੇਰੇ ਸਰੀਰ ਨੂੰ ਤੇਰੇ ਸਕੇ ਸੰਬੰਧੀ ਮਿੱਟੀ ਵਿੱਚ ਕਬਰ ਦੇ ਵਿੱਚ ਦਬਾ ਦੇਣਗੇ, ਤੇ ਸਮਾਂ ਪਾ ਕੇ ਫਿਰ ਕੀੜਿਆਂ ਦਾ ਸਮੂਹ ਦਲ ਕਬਰ ਦੇ ਵਿੱਚੋਂ ਵੀ ਤੇਰੇ ਸਰੀਰ ਨੂੰ ਖਾ ਜਾਵੇਗਾ। ਕਾਚੀ ਗਾਗਰ ਨੀਰ ਭਰਤ ਹੈ, ਇਹ ਤੇਰਾ ਮਨੁੱਖਾ ਸਰੀਰ ਜੋ ਕੱਚੇ ਘੜੇ ਦੀ ਨਿਆਈ ਹੈ ਨਾ, ਤੇ ਇਸ ਨੂੰ 3 ਤਰ੍ਹਾਂ ਦੇ ਕਰਮ ਇਸ ਮਾਤ ਲੋਕ ਤੇ ਸਰੀਰ ਨੂੰ ਦਾਹ ਸੰਸਕਾਰ ਕਰ ਦੇਣਾ, ਜਾਂ ਮਿੱਟੀ ਵਿੱਚ ਕਬਰ ਵਿੱਚ ਦੱਬ ਦੇਣਾ, ਜਾਂ ਪਾਣੀ ਦੇ ਵਿੱਚ ਰੋੜ ਦੇਣਾ। ਭਗਤ ਕਬੀਰ ਜੀ ਤੀਸਰੀ ਤਰ੍ਹਾਂ ਦਾ ਵੀ ਜ਼ਿਕਰ ਕਰ ਰਹੇ ਕਿ ਜਾਂ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਗੇ, ਤੇ ਪਾਣੀ ਦੇ ਵਿੱਚ ਫਿਰ ਤੇਰਾ ਇਹ ਸਰੀਰ ਗਲ ਜਾਵੇਗਾ, ਅਥਵਾ ਇਹ ਸਰੀਰ ਕੱਚੇ ਘੜੇ ਦੀ ਨਿਆਈ ਹੈ, ਤੇ ਇਸ ਦੇ ਵਿੱਚ ਸਵਾਸਾਂ ਰੂਪੀ ਪਾਣੀ ਪਾਇਆ ਹੋਇਆ, ਤੇ ਬੂੰਦ ਬੂੰਦ ਕਰਕੇ ਇਹ ਪਾਣੀ ਸਵਾਸਾਂ ਦੇ ਰੂਪ ਦੇ ਵਿੱਚ ਸਿਮਰਿਆ, ਤੇ ਜਦੋਂ ਸਵਾਸਾਂ ਦਾ ਪਾਣੀ ਵਿੱਚੋਂ ਮੁੱਕ ਗਿਆ ਨਾ, ਤੇਰਾ ਇਹ ਸਰੀਰ ਜੋ ਕੱਚੇ ਘੜੇ ਦੀ ਨਿਆਈ ਹੈ ਨਾ, ਇਹ ਨਾਸ ਹੋ ਜਾਵੇਗਾ। ਇਹ ਤਨ ਕੀ ਇਹ ਬੜਾਈ, ਬਸ ਇੰਨੀ ਹੀ ਹੈਸੀਅਤ ਹੈ ਮਨੁੱਖ ਤੇਰੇ ਸਰੀਰ ਦੀ। ਜਿਹੜੇ ਸਰੀਰ ਨੂੰ ਤੂੰ ਸਾਰੀ ਉਮਰ ਸੁਗੰਧੀਆਂ ਲਾਉਂਦਾ ਰਿਹਾ, ਤਰ੍ਹਾਂ ਤਰ੍ਹਾਂ ਦੇ ਜੀਭ ਦੇ ਚਸਕਿਆਂ ਦਾ ਕਰਕੇ ਪਦਾਰਥ ਛਕਾਉਂਦਾ ਰਿਹਾ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਾਉਂਦਾ ਰਿਹਾ, ਤੇ ਇਸ ਦੀ ਹੋਂਦ ਇੰਨੀ ਕੁ ਹੈ, ਜਾਂ ਸੰਸਕਾਰ ਕਰ ਦੇਣਗੇ, ਜਾਂ ਮਿੱਟੀ ਵਿੱਚ ਦੱਬ ਦੇਣਗੇ, ਤੇ ਜਾਂ ਪਾਣੀ ਦੇ ਵਿੱਚ ਰੋੜ ਦੇਣਗੇ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਹੇ ਭਾਈ, ਹੇ ਮਨੁੱਖ, ਫਿਰ ਤੂੰ ਕਿਹੜਾ ਹੰਕਾਰ ਕਰਕੇ ਫੁੱਲਿਆ ਫੁੱਲਿਆ ਹੋਇਆ ਇਸ ਮਾਤ ਲੋਕ ਦੇ ਵਿੱਚ ਹੰਕਾਰ ਦੇ ਸਹਿਤ ਫਿਰਦਾ ਹੈ। ਜਬ 10 ਮਾਸ ਉਰਦ ਮੁਖ ਰਹਤਾ, ਜਦੋਂ 10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਉਰਦ ਮੁਖ ਰਹਤਾ, ਮੁਖ ਤਲੇ ਪੈਰ ਉੱਪਰੇ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ, ਉਧਰੇ ਜਿਸ ਦੇ ਨਾਲ ਜਿਸ ਪਰਮਾਤਮਾ ਨੂੰ ਯਾਦ ਕਰ ਕਰ ਕੇ 10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਤੂੰ ਬਚਿਆ ਰਿਹਾ, ਤੇ ਇਸ ਸੰਸਾਰ ਤੇ ਤੈਨੂੰ ਆਉਣਾ ਨਸੀਬ ਹੋਇਆ। ਸੋ ਦਿਨ ਕੈਸੇ ਭੂਲਿਆ, ਪਰ ਕੋਈ ਦੇਰ ਹੀ ਨਾ ਲੱਗੀ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਆਵੇ ਜਾਏ ਭਵਾਈਐ ਜੋਨੀ, ਰਹਿਣ ਨਾ ਕਿਤ ਹੀ ਥਾਏ ਪਿਆ। ਦੇਰ ਹੀ ਨਾ ਲੱਗੀ, 10 ਮਹੀਨੇ ਤਾਂ ਤੂੰ ਯਾਦ ਕਰਦਾ ਰਿਹਾ ਕਿ ਪਿਤਾ ਪਰਮੇਸ਼ਰ ਮੈਨੂੰ ਬਚਾ ਲੈ, ਤੇ ਬਾਹਰ ਆਉਣ ਦੀ ਢੇਰ ਹੈ ਉਸੇ ਹੀ ਪਰਮਾਤਮਾ ਨੂੰ, ਤੇ ਉਹ 10 ਮਹੀਨਿਆਂ ਦੇ 100 ਦਿਨ, ਉਹ 10 ਮਹੀਨਿਆਂ ਦੇ ਦਿਨ ਕਿਸ ਤਰ੍ਹਾਂ ਤੂੰ ਭੁੱਲ ਗਿਆ ਹੈ। ਰਹਾਉ ਵਿਸ਼ਰਾਮ ਦੇ ਕਰਕੇ ਭਗਤ ਕਬੀਰ ਜੀ ਅੱਗੇ ਫਰਮਾਨ ਕਰਦੇ ਹਨ, ਜਿਉ ਮਦ ਮਾਖੀ ਤਿਉ ਸਠੋਰ ਰਸ। ਅੱਗੇ ਫਿਰ ਉਦਾਹਰਨ ਦਿੰਦੇ ਹਨ ਭਗਤ ਕਬੀਰ ਜੀ ਸਾਨੂੰ ਸਮਝਾਉਣ ਵਾਸਤੇ, ਕਿ ਕਹਿੰਦੇ ਵੇਖ ਤੇਰੇ ਸਾਹਮਣੇ ਹੀ ਹੈ,
ਮਧੂ ਮੱਖੀ ਸ਼ਹਿਦ ਦੀ ਮੱਖੀ ਕਿੰਨਾ ਭ੍ਰਮਣ ਕਰਦੀ ਹੈ, ਦੂਰ ਦੂਰ ਤੋਂ ਫੁੱਲਾਂ ਦਾ ਰਸ ਚੂਸ ਕੇ ਲਿਆ ਕਰਕੇ ਤੇ ਸ਼ਹਿਦ ਇਕੱਠਾ ਕਰਦੀ ਹੈ। ਜੋਰ ਜੋਰ ਧਨ ਕੀਆ। ਤੇ ਜਿਵੇਂ ਮਧੂ ਮੱਖੀ ਸ਼ਹਿਦ ਇਕੱਠਾ ਤੇ ਕਰਦੀ ਰਹਿੰਦੀ ਹੈ, ਪਰ ਕੋਈ ਵਿਅਕਤੀ ਆਉਂਦਾ ਧੂਆਂ ਬਾਲ ਕੇ ਜਾਂ ਹੋਰ ਸਾਧਨ ਕਰਕੇ ਸ਼ਹਿਦ ਚੋ ਕੇ ਲੈ ਜਾਂਦਾ ਤੇ ਉਹ ਭ੍ਰਮਣ ਹੀ ਕਰਦੀ ਰਹਿ ਜਾਂਦੀ ਹੈ। ਐਵੇਂ ਹੀ ਜੋਰ ਜੋਰ ਧਨ ਕੀਆ। ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ, ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਐ ਜੀਵ ਇਸੇ ਹੀ ਤਰ੍ਹਾਂ ਤੋਂ ਸਾਰੀ ਉਮਰ ਸਰਫਾ ਕਰਦਾ, ਧਨ ਨੂੰ ਸੰਪਦਾ ਨੂੰ ਜੋੜਦਾ ਜੋੜਦਾ ਇਹ ਮਨੁੱਖਾ ਜਨਮ ਵਿਅਰਥ ਹੀ ਗਵਾ ਬੈਠਾ। ਮਰਤੀ ਬਾਰ ਲੇਹੋ ਕਰੀਐ। ਪਰ ਤੇਰੇ ਅੱਖਾਂ ਮੀਟਣ ਦੀ ਦੇਰ ਤੇ ਜਿਹੜੇ ਧਨ ਦੀ ਬਾਬਤ ਤੂੰ ਸਾਰਾ ਮਨੁੱਖਾ ਜਨਮ ਅਜਾਈ ਗਵਾ ਦਿੱਤਾ ਨਾ, ਤੇਰੇ ਘਰ ਪਰਿਵਾਰ ਦੇ ਧੀਆਂ ਪੁੱਤਰ ਤੇਰੀ ਘਰ ਵਾਲੀ ਹੋਰ ਸਕੇ ਸੰਬੰਧੀ ਲੇਹੋ ਕਰੀਏ। ਕੋਈ ਕਹਿੰਦਾ ਮੈਂ ਧਨ ਲੈਣਾ ਤੇ ਕੋਈ ਕਹਿੰਦਾ ਮੈਂ ਧਨ ਲੈਣਾ। ਇਸੇ ਹੀ ਤਰ੍ਹਾਂ ਲੇਹੋ ਕਰੀਏ ਤੇ ਕਈ ਕਹਿੰਦੇ ਲੈ ਚਲੀਏ ਸ਼ਾਮ ਹੋ ਚੱਲੀਏ, ਇਸ ਦਾ ਸੰਸਕਾਰ ਕਰ ਦਈਏ। ਭੂਤ ਰਹਿਨ ਕਿਉਂ ਦੀਆ। ਭੂਤ ਦੇ ਕਈ ਤਰ੍ਹਾਂ ਦੇ ਅੱਖਰੀ ਅਰਥ ਵਿਦਵਾਨਾਂ ਨੇ ਕੀਤੇ ਹਨ ਤੇ ਇੱਕ ਅਰਥ ਇਹ ਵੀ ਆਉਂਦੇ ਹਨ, ਜਿਵੇਂ ਆਪਾਂ 3 ਕਾਲਾਂ ਦਾ ਜ਼ਿਕਰ ਕਰਦੇ ਹਨ, ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਭਵਿੱਖ ਤੋਂ ਭਾਵ ਆਉਣ ਵਾਲਾ ਤੇ ਵਰਤਮਾਨ ਜੋ ਵਰਤ ਰਿਹਾ, ਤੇ ਭੂਤ ਕਾਲ ਤੋਂ ਭਾਵ ਜੋ ਗੁਜ਼ਰ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਫਿਰ ਤੇਰੇ ਸਕੇ ਸੰਬੰਧੀ ਕਹਿੰਦੇ ਭੂਤ, ਇਹ ਤਾਂ ਗੁਜ਼ਰ ਗਿਆ, ਇਸ ਦਾ ਸਰੀਰ ਹੁਣ ਘਰ ਵਿੱਚ ਕਿਉਂ ਰਹਿਣ ਦੇਣਾ ਹੈ, ਲੇਹੋ ਕਰੀਏ। ਤੇ ਸਾਰੇ ਹੀ ਕਹਿੰਦੇ ਚਲੋ ਲੈ ਚਲੀਏ ਸ਼ਮਸ਼ਾਨ ਭੂਮਿਕਾ ਦੇ ਵਿੱਚ। ਦੇਹੋਰੀ ਲਓ ਬਰੀ ਨਾਰ ਸੰਗ ਭਈ। ਇੱਥੇ ਫਿਰ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਹੈ ਸਾਰੇ ਰਿਸ਼ਤਿਆਂ ਦੇ ਵਿੱਚੋਂ ਜਿਹੜਾ ਮੋਹ ਦਾ ਰਿਸ਼ਤਾ ਪਤੀ ਦਾ ਪਤਨੀ ਨਾਲ ਤੇ ਪਤਨੀ ਦਾ ਪਤੀ ਨਾਲ। ਤੇ ਭਗਤ ਕਬੀਰ ਜੀ ਨੇ ਮਨੁੱਖ ਦਾ ਜ਼ਿਕਰ ਕੀਤਾ ਕਿ ਦੇਹੁਰੀ ਲਓ, ਦੇਹੁਰੀ ਤੱਕ ਘਰ ਦੀ ਦਹਲੀਜ ਤੱਕ ਬਰੀ ਨਾਰ ਸੰਗ ਭਈ। ਜਿਹੜੀ ਇਸਤਰੀ ਬਰੀ ਤੋਂ ਭਾਵ ਵਿਆਹੀ ਹੋਈ, ਨਾਰ ਇਸਤਰੀ ਸੰਗ ਸਾਥ, ਜਿਹੜੀ ਇਸਤਰੀ ਤੇਰੇ ਨਾਲ ਵਿਆਹੀ ਹੋਈ ਸੀ ਨਾ, ਜਦੋਂ ਤੇਰਾ ਮਿਰਤਕ ਸਰੀਰ ਘਰੋਂ ਲੈ ਕੇ ਚੱਲੇ ਨਾ, ਤੇ ਉਹਨੇ ਸਾਥ ਤੇਰਾ ਪਤਾ ਕਿੰਨਾ ਕੁ ਦਿੱਤਾ, ਘਰ ਦੀ ਦਹਲੀਜ ਤੱਕ ਦੇਹੁਰੀ ਲਓ, ਦੇਹੁਰੀ ਤੱਕ ਘਰ ਦੀ ਦਹਲੀਜ ਤੱਕ ਹੀ ਸਾਥ ਦਿੱਤਾ। ਆਗੇ ਸੱਜਣ ਸੁਹੇਲਾ। ਤੇ ਘਰੋਂ ਬਾਹਰ ਫਿਰ 4 ਕੋ ਸੱਜਣਾ ਨੇ ਜਿਹੜੇ ਤੇਰੇ ਨੇੜੇ ਦੇ ਸਨ, ਕੰਧਾ ਦਿੱਤਾ ਤੇ ਤੇਰੇ ਸਰੀਰ ਨੂੰ ਲੈ ਕੇ ਚੱਲ ਪਏ। ਮਰ ਕੱਟ ਲੋ ਸਭ ਲੋਗ ਕੁਟੰਬ ਭਇਓ। ਤੇ ਮਰਕਟ ਤੋਂ ਭਾਵ ਸ਼ਮਸ਼ਾਨ ਭੂਮਿਕਾ। ਸ਼ਮਸ਼ਾਨ ਭੂਮਿਕਾ ਤੱਕ ਤੇਰੇ ਧੀਆਂ ਪੁੱਤਰ ਸਕੇ ਸੰਬੰਧੀ ਸਮੁੱਚਾ ਕੁਟੰਬ ਗਿਆ। ਸ਼ਾਸਤਰਕਾਰਾਂ ਨੇ ਨਾ ਜੀ 3 ਤਰ੍ਹਾਂ ਦੇ ਮਿੱਤਰਾਂ ਦਾ ਜ਼ਿਕਰ ਕੀਤਾ ਕਿ ਇਸ ਮਾਤ ਲੋਕ ਤੇ ਇਸ ਜੀਵ ਦੇ 3 ਤਰ੍ਹਾਂ ਦੇ ਮਿੱਤਰ ਹੁੰਦੇ ਹਨ। ਪਹਿਲਾ ਜ਼ਿਕਰ ਕੀਤਾ ਉਹਨਾਂ ਨੇ ਧਨ ਦਾ, ਤੇ ਕਹਿੰਦੇ ਧਨ ਵੀ ਬੜਾ ਵੱਡਾ ਮਿੱਤਰ ਹੈ ਇਸ ਮਾਤ ਲੋਕ ਤੇ। ਇਸ ਮਾਤ ਲੋਕ ਤੇ ਵਿਚਰਦਿਆਂ ਜੇ ਧਨ ਹੈ ਨਾ, ਤੇ ਜੀਵ ਤਰ੍ਹਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਭੋਗ ਲੈਂਦਾ। ਪਰ ਕਹਿੰਦੇ ਧਨ ਉਦੋਂ ਤੱਕ ਸਹਾਇਤਾ ਕਰਦਾ ਜਦੋਂ ਤੱਕ ਆਖਰੀ ਸਵਾਸ ਨਿਕਲਿਆ। ਤੇ ਉਸ ਧਨ ਦੀ ਬਾਬਤ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਕਿ ਖਸਮ ਮਰੇ ਤਉ ਨਾਰ ਨ ਰੋਵੇ, ਉਸ ਰਖਵਾਰਾ ਔਰ ਹੋਵੇ। ਇੱਥੇ ਨਾਰ ਦਾ ਜ਼ਿਕਰ ਮਾਇਆ ਦਾ ਕੀਤਾ ਭਗਤ ਕਬੀਰ ਜੀ ਨੇ, ਕਿ ਜਿਹੜੀ ਮਾਇਆ ਨੂੰ ਸਾਰੀ ਉਮਰ ਬੰਦਾ ਕਹਿੰਦਾ ਨਾ ਇਹ ਮੇਰੀ, ਕਹਿੰਦਾ ਉਹ ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ। ਸੁਹਾਗਨ ਵੀ ਕਿਹਾ ਭਗਤ ਕਬੀਰ ਜੀ ਨੇ ਮਾਇਆ ਨੂੰ। ਪਤਾ ਕਿਉਂ? ਕਹਿੰਦੇ ਖਸਮ ਮਰੈ,
ਜਦੋਂ ਇਸ ਦਾ ਪਹਿਲਾ ਮਾਲਕ ਮਰਦਾ ਨਾ, ਦੁਨਿਆਵੀ ਤੌਰ ਤੇ ਜਦੋਂ ਕਿਸੇ ਇਸਤਰੀ ਦਾ ਘਰ ਵਾਲਾ ਚੜ੍ਹਾਈ ਕਰ ਜਾਵੇ ਤੇ ਆਪਾਂ ਵਿਧਵਾ ਕਹਿੰਦੇ, ਪਰ ਕਹਿੰਦੇ ਮਾਇਆ ਵਿਧਵਾ ਨਹੀਂ ਹੁੰਦੀ। ਕਿਉਂ? ਖਸਮ ਮਰੈ ਤਉ ਨਾਰ ਨਾ ਰੋਵੇ। ਭਰਾ ਕਿਉਂ? ਉਹ ਰੋਂਦੀ ਕਿਉਂ ਨਹੀਂ? ਉਸ ਰਖਵਾਰਾ ਔਰ ਹੋਵੇ। ਇੱਕ ਮਾਲਕ ਮਰਦਾ ਤੇ ਦੋ ਇਸ ਦੇ ਮਾਲਕ ਪਿੱਛੇ ਖੜੇ ਹੁੰਦੇ ਹਨ। ਇਸ ਕਰਕੇ ਧਨ ਆਖਰੀ ਸਵਾਸ ਤੱਕ ਸਹਾਇਤਾ ਕਰਦਾ ਤੇ ਸਕੇ ਸੰਬੰਧੀ ਸ਼ਮਸ਼ਾਨ ਭੂਮਿਕਾ ਤੱਕ ਜਾਂਦੇ ਹਨ। ਤੇ ਤੀਸਰੇ ਤਰ੍ਹਾਂ ਦਾ ਜ਼ਿਕਰ ਕੀਤਾ ਕਰਮਾਂ ਦਾ। ਕਰਮ ਚਾਹੇ ਮੰਦੇ ਉਹ ਜੀਵ ਦਾ ਖਹਿੜਾ ਨਹੀਂ ਛੱਡਦੇ, ਉਹ ਫਿਰ ਸਾਏ ਦੀ ਤਰ੍ਹਾਂ ਨਾਲ ਹੀ ਚੱਲਦੇ। ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਭਗਤ ਕਬੀਰ ਜੀ ਜ਼ਿਕਰ ਕਰਦੇ, ਮਰਕਟ ਲਾਓ ਸ਼ਮਸ਼ਾਨ ਭੂਮਿਕਾ ਤੱਕ ਸਭ ਲੋਕ ਕੁਟੰਬ ਭਇਓ, ਤੇਰੇ ਸਕੇ ਸੰਬੰਧੀ ਸਭ ਤੇਰੇ ਨਾਲ ਚੱਲਣਗੇ। ਆਗੇ ਹੰਸ ਅਕੇਲਾ, ਤੇ ਅੱਗੇ ਪਰਲੋਕ ਦੇ ਰਸਤੇ ਤੇ ਹੰਸ ਤੋਂ ਭਾਵ ਜੀਵ ਆਤਮਾ ਤੇ ਅਕੇਲਾ ਤੋਂ ਭਾਵ ਕੱਲਾ। ਅੱਗੇ ਫਿਰ ਤੇਰੀ ਜੀਵ ਆਤਮਾ ਪਰਲੋਕ ਦੇ ਰਸਤੇ ਤੇ ਕੱਲੀ ਜਾਏਗੀ ਤੇ ਤੇਰੇ ਚੰਗੇ ਅਤੇ ਮੰਦੇ ਕੀਤੇ ਕਰਮ ਤੇਰੀ ਗਵਾਹੀ ਭਰਨਗੇ। ਕਹਿਤ ਕਬੀਰ ਸੁਨ ਹੋਰੇ ਪ੍ਰਾਨੀ। ਭਗਤ ਕਬੀਰ ਜੀ ਕਹਿੰਦੇ, ਸੰਸਾਰ ਦੇ ਲੋਕੋ, ਪ੍ਰਾਨੀ ਤੋਂ ਭਾਵ ਪ੍ਰਾਣਾ ਧਾਰੀ ਜੀਵ, ਸੁਣੋ ਮੇਰੀ ਗੱਲ ਧਿਆਨ ਨਾਲ ਸੁਣਨਾ ਕਰੋ। ਪਰੇ ਕਾਲ ਗ੍ਰਸ ਕੂਆ, ਤੁਹਾਡੀ ਹਾਲਤ ਇੰਜ ਹੈ, ਤੁਸੀਂ ਇਸ ਮਾਤ ਲੋਕ ਦੇ ਖੂਹ ਦੇ ਵਿੱਚ ਡਿੱਗੇ ਹੋਏ ਹੋ ਤੇ ਮੌਤ ਉੱਪਰ ਮੰਡਰਾ ਰਹੀ ਹੈ, ਭਾਵ ਕਿ ਤੁਸੀਂ ਰਹਿਣਾ ਨਹੀਂ। ਝੂਠੀ ਮਾਇਆ ਆਪ ਬੰਧਾਇਆ, ਤੇ ਵੇਖਿਓ ਕਿਤੇ ਖੁੰਝ ਨਾ ਜਾਇਓ ਇਸ ਸੰਸਾਰ ਦੀ ਝੂਠੀ ਮਾਇਆ ਦੇ ਧੰਦਿਆਂ ਦੇ ਵਿੱਚ ਆਪਣੇ ਆਪ ਨੂੰ ਬਣਾ ਨਾ ਲਿਓ। ਜਿਉ ਨਲਨੀ ਪ੍ਰਮ ਸੂਆ, ਤੇ ਤੁਹਾਡੀ ਵੀ ਹਾਲਤ ਉਵੇਂ ਹੀ ਨਾ ਹੋਵੇ ਜਿਵੇਂ ਸੂਆ, ਜਿਵੇਂ ਤੋਤਾ ਨਲਕੀ ਨੂੰ ਪਕੜ ਕਰਕੇ ਨਾ ਜੀ ਤੇ ਓੜਕ ਨੂੰ ਸ਼ਿਕਾਰੀ ਦੇ ਵਸ ਪੈ ਜਾਂਦਾ, ਐਵੇਂ ਤੁਸੀਂ ਧੰਦਿਆਂ ਦੀ ਪਕੜੀ ਇੰਨੀ ਨਾ ਕਰ ਲਿਓ ਕਿ ਮੋਹ ਮਾਇਆ ਦੇ ਵਿੱਚ ਪੈ ਕਰਕੇ ਆਤਮਿਕ ਮੌਤ ਤੇ ਮਰ ਜਾਇਓ। ਆਓ ਸੰਗਤ ਜੀ, ਇੱਥੇ ਹੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਸਮਾਪਤੀ ਹੈ। ਤੇ ਇਸ ਤੋਂ ਅੱਗੇ ਜੋ ਇਸ ਅਸਥਾਨ ਤੇ ਲੜੀਵਾਰ ਕਥਾ ਚੱਲ ਰਹੀ ਹੈ ਨਾ, ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ ਨਾਮੇ ਬਾਣੀ ਦੀ ਵਿਚਾਰ ਚੱਲ ਰਹੀ ਹੈ। 34 ਪੌੜੀਆਂ ਦੀ ਵਿਚਾਰ ਆਪਾਂ ਪਹਿਲੋਂ ਸਰਵਣ ਕਰ ਚੁੱਕੇ ਹਾਂ ਤੇ 35ਵੀਂ ਪੌੜੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਦਇਆ ਦਾਨ ਦਇਆਲ ਤੂੰ। ਨਰਮਦਾ ਨਦੀ ਦੇ ਕੰਢੇ ਇੱਕ ਪਾਂਡੇ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਗੁਰਬਾਣੀ ਜੇ ਇੱਕ ਜੀਵ ਦੇ ਪ੍ਰਥਾਏ ਉਸ ਨੂੰ ਉਪਦੇਸ਼ ਦਿੱਤਾ ਨਾ, ਤੇ ਇਹ ਨਹੀਂ ਕਿ ਉਹ ਸਾਡੇ ਵਾਸਤੇ ਉਪਦੇਸ਼ ਹੀ ਨਹੀਂ, ਉਹ ਸਮੁੱਚੀ ਲੁਕਾਈ ਵਾਸਤੇ ਵੀ ਉਪਦੇਸ਼ ਹੈ। ਤੇ ਪ੍ਰਥਾਏ ਜਿਸ ਨੂੰ ਸਮਝਾਇਆ ਉਸ ਦੇ ਪ੍ਰਥਾਏ ਵੀ ਉਪਦੇਸ਼ ਹੈ। ਇਸ ਕਰਕੇ ਇਹ ਉਪਦੇਸ਼ ਜਿੱਥੇ ਉਸ ਪਾਂਡੇ ਨੂੰ ਦਿੱਤਾ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਵੀ ਸਮਝਾਉਂਦੇ ਹਨ ਕਿ ਦਇਆ ਦਾਨ ਦਇਆਲ ਤੂੰ। ਦਇਆਲ, ਦਇਆ ਪਲਸ ਆਲ ਹੈ। ਦਇਆ ਦਾ ਘਰ ਜੋ ਪਰਿਪੂਰਨ ਪਰਮਾਤਮਾ, ਉਹ ਸਾਡੇ ਜੀਵਾਂ ਦੇ ਉੱਪਰ ਸਾਡੇ ਚੰਗੇ ਮੰਦੇ ਕਰਮਾਂ ਦੀ ਵਿਚਾਰ ਨਾ ਕਰਦਿਆਂ ਹੋਇਆਂ ਸਾਨੂੰ ਦਇਆ ਦਾ ਦਾਨ ਦਿੰਦਾ। ਇਸ ਮਾਤ ਲੋਕ ਤੇ ਸਾਨੂੰ ਪੈਦਾ ਕਰਕੇ ਤੇ ਰਿਜ਼ਕ ਰੂਪੀ ਦਾਨ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਦਾਨ ਦਇਆ ਕਰਕੇ ਸਾਨੂੰ ਜੀਵਾਂ ਨੂੰ ਦਿੰਦਾ ਹੈ। ਕਰ ਕਰ ਦੇਖਨ ਹਾਰ। ਪਰ ਇੱਕ ਗੱਲ ਹੈ, ਉਹ ਦਾਨ ਤਾਂ ਸਾਨੂੰ ਦਿੰਦਾ ਹੈ, ਦਇਆ ਤੇ ਸਾਡੇ ਉੱਪਰ ਕਰਦਾ ਹੈ, ਪਰ ਸਾਡੇ ਕੀਤੇ ਹੋਏ ਚੰਗੇ ਮੰਦੇ ਕਰਮਾਂ ਨੂੰ ਉਹ ਵੇਖ ਜ਼ਰੂਰ ਰਿਹਾ। ਇਹ ਨਹੀਂ ਕਿ ਅਸੀਂ ਜੋ ਮਰਜ਼ੀ ਇਸ ਮਾਤ ਲੋਕ ਤੇ ਕਰੀ ਜਾਈਏ, ਉਹ ਸਾਨੂੰ ਦੇਖਦਾ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ, ਕਰ ਕਰ ਦੇਖਣ ਹਾਰ। ਜੋ ਅਸੀਂ ਕਰ ਰਹੇ ਹਾਂ ਨਾ ਚੰਗੇ ਮੰਦੇ ਕਰਮ,
ਉਹਨਾਂ ਨੂੰ ਉਹ ਦੇਖ ਰਿਹਾ ਹੈ। ਦਇਆ ਕਰਹਿ ਪ੍ਰਭ ਮੇਲ ਲਹੈ। ਇਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਪਿਤਾ ਜਿਨ੍ਹਾਂ ਜੀਵਾਂ ਦੇ ਉੱਪਰ ਤੂੰ ਦਇਆ ਕਰ ਦਿੰਦਾ ਹੈ ਨਾ, ਉਹਨਾਂ ਨੂੰ ਫਿਰ ਬਖਸ਼ ਕਰਕੇ, ਕਰਮ ਕਰਕੇ, ਰਹਿਮਤ ਕਰਕੇ ਆਪਣੇ ਦੇ ਵਿੱਚ ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ। ਖਿਨ ਮਹਿ ਢਾਹੇ ਉਸਾਰ। ਤੇ ਸਮਰੱਥ ਤੂੰ ਏਨਾ ਹੈ। ਕਿਉਂਕਿ ਸ਼ੰਕਾ ਪੈਦਾ ਹੋਣਾ ਨਾ, ਜੀ ਕਰਮ ਕਿਵੇਂ ਮੇਟ ਦਵੇ। ਜੇ ਕਰਮ ਮੇਟ ਸਕਦਾ ਤੇ ਫਿਰ ਸਮਰੱਥ ਹੈ, ਸਰਬ ਕਲਾ ਸਮਰੱਥ ਹੈ। ਤੇ ਉਸ ਦੀ ਸਮਰੱਥਾ ਬਾਬਤ ਹੀ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਦਰਸਾ ਰਹੇ ਹਨ ਕਿ ਸਮਰੱਥਾ ਉਹ ਇੰਨੀ ਕੋ ਰੱਖਦਾ ਕਿ ਖਿਨ ਮਹਿ ਢਾਹੇ। ਇੱਕ ਖਿਨ ਦੇ ਵਿੱਚ ਉਹ ਸਮੁੱਚੀ ਸ੍ਰਿਸ਼ਟੀ ਨੂੰ ਨਾਸ ਕਰ ਸਕਦਾ ਤੇ ਉਸਾਰ ਬਣਾ ਵੀ ਸਕਦਾ। ਸ਼੍ਰੀ ਚੌਪਈ ਸਾਹਿਬ ਜੀ ਦੇ ਵਿੱਚ 10ਵੇਂ ਪਾਤਸ਼ਾਹ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਕਿ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਦਾਨਾ ਤੂੰ ਬੀਨਾ ਤੂਹੀ। ਪਰਿਪੂਰਨ ਪਰਮਾਤਮਾ ਤੂੰ ਦਾਨਾ, ਤੂੰ ਜਾਣਨ ਹਾਰਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੂੰ ਸਾਡੇ ਕੀਤੇ ਹੋਏ ਕਰਮਾਂ ਨੂੰ ਜਾਣਨ ਹਾਰਾ ਹੈ, ਅੰਤਰਜਾਮੀ ਹੈ ਤੇ ਬੀਨਾ ਤੁਹੀਂ। ਤੇ ਤੂੰ ਵੇਖ ਵੀ ਰਿਹਾ ਅਸੀਂ ਕੀ ਕਰਮ ਇਸ ਮਾਤ ਲੋਕ ਤੇ ਕਰ ਰਹੇ ਹਾਂ। ਦਾਨਾ ਕੈ ਸਿਰ ਦਾਨ। ਸੰਸਾਰ ਦੇ ਵਿੱਚ ਆਪਣੇ ਆਪ ਨੂੰ ਵੱਡੇ ਵੱਡੇ ਦਾਨੀ ਅਖਵਾਉਣ ਵਾਲੇ ਪੈਦਾ ਹੋਏ, ਪਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਤੂੰ ਦਾਨੀਆਂ ਤੋਂ ਸ਼੍ਰੋਮਣੀ ਦਾਨੀ ਹੈ। ਕਿਉਂਕਿ ਤੂੰ ਸਾਰੇ ਹੀ ਦਾਨ ਦੇਣ ਵਾਲਾ, ਪੈਦਾ ਕਰਨ ਵਾਲਾ, ਰਿਜ਼ਕ ਦੇਣ ਵਾਲਾ। ਤੇ ਜੋ ਨਾਮਦਾਨ ਹੈ ਨਾ, ਜਿਸ ਦੇ ਰਾਹੀਂ ਸਾਡਾ ਉਧਾਰ ਹੋਣਾ ਹੈ, ਉਸ ਸ਼੍ਰੋਮਣੀ ਦਾਨ ਨਾਮਦਾਨ ਨੂੰ ਦੇਣ ਵਾਲਾ ਵੀ ਤੂੰ ਆਪ ਹੀ ਹੈ। ਦਾਲਦ ਭੰਜਨ ਦੁਖ ਦਲਨ। ਤੇ ਸਾਡੇ ਦੁਨਿਆਵੀ ਜੀਵਾਂ ਦੇ ਦੁੱਖ ਦਲਿਦਰਾਂ ਨੂੰ ਨਾਸ ਕਰਨ ਵਾਲਾ ਤੇ ਦੁੱਖ ਦਲਣ। ਜੰਮਣ ਮਰਨ ਵੱਡਾ ਵਿਛੋੜਾ, ਪ੍ਰਭ ਜਨਮ ਮਰਨ ਨਿਵਾਰ, ਹਾਰ ਭਰਿਓ ਦੁਆਰ। ਸਭ ਤੋਂ ਵੱਡਾ ਦੁੱਖ ਜੰਮਣ ਅਤੇ ਮਰਨ ਦਾ, ਬਾਰ-ਬਾਰ ਜੰਮਣਾ ਤੇ ਬਾਰ-ਬਾਰ ਮਰਨਾ। ਪਰ ਪਰਿਪੂਰਨ ਪਰਮਾਤਮਾ ਤੂੰ ਇੰਨਾ ਸਮਰੱਥ ਹੈ, ਜੇ ਦਇਆ ਦੇ ਘਰ ਦੇ ਵਿੱਚ ਆ ਜਾਵੇਂ, ਤਰੁੱਠ ਪਵੇਂ ਤੇ ਸਾਡੇ ਜੰਮਣ ਮਰਨ ਦੇ ਦੁੱਖ ਨੂੰ ਦਲਣ ਕਰਨ ਵਾਲਾ, ਨਾਸ ਕਰਨ ਵਾਲਾ ਹੈ। ਪਰ ਕਿਵੇਂ ਨਾਸ ਕਰਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਕੇ ਦਰਸਾਉਂਦੇ ਹਨ। ਗੁਰਮੁਖ ਗਿਆਨ ਧਿਆਨ। ਮੁਖੀ ਗੁਰਾਂ ਦਾ ਮਿਲਾਪ ਕਰਕੇ ਤੇ ਗਿਆਨ ਅਤੇ ਧਿਆਨ ਦੀ ਬਖਸ਼ਿਸ਼ ਕਰਕੇ ਨਾ ਆਪਣੇ ਦੀ, ਤੇ ਸਾਡੇ ਜੰਮਣ ਮਰਨ ਦੇ ਗੇੜ ਕੱਟ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਕਰਨ, ਆਪਾਂ ਵੀ ਗੁਰੂ ਵਾਲੇ ਬਣੀਏ, ਮੁਖੀ ਗੁਰਾਂ ਦੇ ਚਰਨੀ ਲੱਗੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਖੰਡੇ ਬਾਟੇ ਦੀ ਪੌਲ ਛਕੀਏ, ਰਹਿਤ ਵਿੱਚ ਪਰਪੱਕ ਰਹੀਏ, ਕੁਰੈਤਾਂ ਤੋਂ ਬਚੀਏ, ਸੇਵਾ ਸਿਮਰਨ ਕਰੀਏ ਤੇ ਪਏ ਕਬੂਲ ਖਸਮ ਨਾਲ। ਸਤਿਗੁਰੂ ਤਰਸ ਦੇ ਘਰ ਆਉਣ, ਮਿਹਰ ਦੇ ਘਰ ਆਉਣ ਤੇ ਸਾਨੂੰ ਵੀ ਨਿਮਾਣਿਆਂ ਨਿਤਾਣਿਆਂ ਨੂੰ ਕਬੂਲ ਕਰ ਲੈਣ, ਤੇ ਸਾਡਾ ਵੀ ਜਨਮਾਂ ਜਨਮਾਂਤਰਾਂ ਦਾ ਇਸ ਮਾਤ ਲੋਕ ਤੇ ਆਉਣ ਜਾਣ ਦਾ ਗੇੜਾ ਮੁੱਕ ਜਾਵੇ। ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਮਿਹਰਾਮਤ ਕਰਨ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਸੰਗਤ ਜੀ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਦਾਨਾ ਤੂੰ ਬੀਨਾ ਤੂਹੀ, ਦਾਨਾ ਕੈ ਸਿਰ ਦਾਨ। ਦਾਲਦ ਭੰਜਨ ਦੁਖ ਦਲਨ, ਗੁਰਮੁਖ ਗਿਆਨ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।